ਹੈਲੋ ਡੀਅਰ ਸਟੂਡੈਂਟਸ, ਅੱਜ ਅਸੀਂ ਕੰਪਿਊਟਰ ਸਾਇੰਸ ਵਿਸ਼ੇ ਦਾ 11ਵੀਂ ਕਲਾਸ ਦਾ ਤੀਸਰਾ ਲੈਸਨ ਕੌਨਸਟੈਂਟ, ਵੇਰੀਏਬਲ ਅਤੇ ਡਾਟਾ ਟਾਈਪਸ ਕਰਾਂਗੇ। ਇਸ ਤੋਂ ਪਹਿਲਾਂ ਅਸੀਂ ਦੂਸਰੇ ਪਾਠ ਵਿੱਚ ਪੜ੍ਹ ਚੁੱਕੇ ਹਾਂ ਸੀ ਭਾਸ਼ਾ ਬਾਰੇ। ਸੀ ਭਾਸ਼ਾ ਇੱਕ ਪ੍ਰੋਗਰਾਮਿੰਗ ਭਾਸ਼ਾ ਹੈ ਜੋ ਡੈਨਿਸ ਰਿਚੀ ਦੁਆਰਾ ਡਿਜ਼ਾਈਨ ਕੀਤੀ ਗਈ ਅਤੇ ਵੱਖ-ਵੱਖ ਸੌਫਟਵੇਅਰ ਤਿਆਰ ਕਰਨ ਲਈ ਵਰਤੀ ਜਾਂਦੀ ਹੈ। ਸੀ ਭਾਸ਼ਾ ਵਿੱਚ ਪ੍ਰੋਗਰਾਮ ਤਿਆਰ ਕਰਨੇ ਸਿੱਖੇ, ਇਹਨਾਂ ਨੂੰ ਕੰਪਾਈਲ ਕਰਨਾ ਅਤੇ ਰਨ ਕਰਨਾ ਸਿੱਖਿਆ। ਇਸ ਪਾਠ ਵਿੱਚ ਅਸੀਂ ਕੁਝ ਅਜਿਹੇ ਅੱਖਰਾਂ ਅਤੇ ਸ਼ਬਦਾਂ ਬਾਰੇ ਪੜ੍ਹਾਂਗੇ ਜਿਨ੍ਹਾਂ ਦੇ ਵਿੱਚ ਅਸੀਂ ਡਾਟਾ ਸਟੋਰ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਟੋਕਨਸ ਦੀ। ਸੀ ਭਾਸ਼ਾ ਦੇ ਪ੍ਰੋਗਰਾਮ ਦੀਆਂ ਸਭ ਤੋਂ ਛੋਟੀਆਂ ਇਕਾਈਆਂ ਨੂੰ ਟੋਕਨ ਕਿਹਾ ਜਾਂਦਾ ਹੈ, ਜਿਵੇਂ ਕੀਵਰਡਸ, ਆਈਡੈਂਟੀਫਾਇਰਸ, ਕੌਨਸਟੈਂਟ, ਆਪਰੇਟਰ, ਸਟ੍ਰਿੰਗ ਅਤੇ ਕੁਝ ਖਾਸ ਚਿੰਨ੍ਹ। ਇਹ ਸਭ ਟੋਕਨਸ ਹਨ। ਇਸ ਪਾਠ ਦੇ ਵਿੱਚ ਅਸੀਂ ਇਹਨਾਂ ਟੋਕਨਸ ਦੇ ਬਾਰੇ 'ਚ ਪੜ੍ਹਾਂਗੇ। ਕੀਵਰਡਸ ਸੀ ਪ੍ਰੋਗਰਾਮ ਦਾ ਇੱਕ ਬਹੁਤ ਹੀ ਮਹੱਤਵਪੂਰਨ ਹਿੱਸਾ ਹਨ। ਕੀਵਰਡਸ ਕੁਝ ਅਜਿਹੇ ਸ਼ਬਦ ਹਨ ਜਿਨ੍ਹਾਂ ਦਾ ਅਰਥ ਕੰਪਾਈਲਰ ਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ। ਅਸੀਂ ਕਹਿ ਸਕਦੇ ਹਾਂ ਕਿ ਬਣੇ ਬਣਾਏ ਸ਼ਬਦ ਹਨ ਜਿਨ੍ਹਾਂ ਨੂੰ ਅਸੀਂ ਜਿਸ ਤਰ੍ਹਾਂ ਬਣੇ ਹਨ ਉਸੇ ਤਰ੍ਹਾਂ ਹੀ ਯੂਜ਼ ਕਰਨਾ ਹੈ। ਸੀ ਭਾਸ਼ਾ ਦੇ ਵਿੱਚ ਕੁੱਲ 32 ਕੀਵਰਡਸ ਹਨ। ਕੀਵਰਡਸ ਜਿਵੇਂ ਇੰਟ, ਕੈਰੈਕਟਰ ਜਿਹਦੇ ਲਈ ਅਸੀਂ ਕੈਰ ਸ਼ਬਦ ਵਰਤਦੇ ਹਾਂ, ਵੋਇਡ, ਕੌਨਸਟ, ਕੌਨਸਟੈਂਟ ਡਿਕਲੇਅਰ ਕਰਨ ਦੇ ਲਈ ਕੌਨਸਟ ਕੀਵਰਡ, ਇਫ, ਇਨਕਲੂਡ, ਐਲਸ ਅਤੇ ਹੋਰ ਬਹੁਤ ਸਾਰੇ ਕੀਵਰਡਸ। ਇਹਨਾਂ ਦੀ ਵਰਤੋਂ ਹਰ ਪ੍ਰੋਗਰਾਮ ਦੇ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਆਈਡੈਂਟੀਫਾਇਰਸ ਦੀ। ਆਈਡੈਂਟੀਫਾਇਰਸ ਉਹ ਨਾਮ ਹਨ ਜੋ ਯੂਜ਼ਰ ਦਿੰਦਾ ਹੈ। ਯੂਜ਼ਰ ਜਾਨੀ ਜੋ ਪ੍ਰੋਗਰਾਮ ਤਿਆਰ ਕਰ ਰਿਹਾ ਹੈ ਉਹ ਦਿੰਦਾ ਹੈ। ਤਾਂ ਇਹ ਨਾਮ ਦਿੱਤੇ ਜਾਂਦੇ ਹਨ ਵੇਰੀਏਬਲਸ ਨੂੰ, ਕੌਨਸਟੈਂਟਸ ਨੂੰ, ਫੰਕਸ਼ਨਸ ਨੂੰ। ਇਹਨਾਂ ਨੇਮਸ ਨੂੰ ਰੱਖਣ ਦੇ ਲਈ ਵੀ ਕੁਝ ਖਾਸ ਨਿਯਮ ਹੁੰਦੇ ਹਨ ਕਿ ਜਿਸ ਤਰ੍ਹਾਂ ਤੁਸੀਂ ਲੋਅਰ ਕੇਸ ਅਤੇ ਕੈਪੀਟਲ ਲੈਟਰਸ ਯੂਜ਼ ਕਰ ਸਕਦੇ ਹੋ, ਨੰਬਰਸ ਯੂਜ਼ ਕਰ ਸਕਦੇ ਹੋ, ਪਰ ਇਹ ਨੇਮਸ ਨੰਬਰਸ ਤੋਂ ਸ਼ੁਰੂ ਨਹੀਂ ਹੋਣੇ ਚਾਹੀਦੇ। ਇਹਨਾਂ ਵਿੱਚ ਤੁਸੀਂ ਸਿੰਬਲਸ ਵੀ ਜਿਵੇਂ ਸਪੇਸ ਹੈ, ਸਪੇਸ ਨਹੀਂ ਯੂਜ਼ ਕਰ ਸਕਦੇ। ਤੁਸੀਂ ਅੰਡਰਸਕੋਰ ਯੂਜ਼ ਕਰ ਸਕਦੇ ਹੋ ਬਟ 2 ਅੰਡਰਸਕੋਰ ਲਗਾਤਾਰ ਨਹੀਂ ਯੂਜ਼ ਕਰ ਸਕਦੇ। ਤਾਂ ਇਸ ਤਰ੍ਹਾਂ ਦੇ ਕੁਝ ਖਾਸ ਨਿਯਮ ਹੁੰਦੇ ਹਨ ਇਸ ਤਰ੍ਹਾਂ ਦੇ ਨਾਮ ਦੇਣ ਦੇ ਲਈ। ਆਈਡੈਂਟੀਫਾਇਰਸ ਕੇਸ ਸੈਂਸਿਟਿਵ ਹੁੰਦੇ ਹਨ। ਆਈਡੈਂਟੀਫਾਇਰਸ ਦੀਆਂ ਆਪਾਂ ਉਦਾਹਰਨਾਂ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਇੰਟ ਨਮ ਇਕੁਅਲਸ ਟੂ 10 ਲਿਖਦੇ ਹਾਂ ਤਾਂ ਇੱਥੇ ਨਮ ਇੱਕ ਆਈਡੈਂਟੀਫਾਇਰ ਹੈ। ਨਮ ਨੰਬਰ ਦੇ ਲਈ ਆਪਾਂ ਰੱਖਿਆ ਨਾਮ। ਇਹਦੇ ਲਈ ਤੁਸੀਂ ਪੂਰਾ NUMBER ਲਿਖ ਸਕਦੇ ਹੋ, ਸਿਰਫ N ਲਿਖ ਸਕਦੇ ਹੋ, NUM ਵੀ ਲਿਖ ਸਕਦੇ ਹੋ। ਤਾਂ ਕੋਈ ਵੀ ਨਾਮ ਦਿੱਤਾ ਜਾ ਸਕਦਾ ਹੈ। ਉਸੇ ਤਰ੍ਹਾਂ ਕੌਨਸਟ, ਫਲੋਟ, ਪਾਈ, ਤਾਂ ਇੱਥੇ ਜੋ ਪਾਈ ਲਿਖਿਆ ਹੋਇਆ ਹੈ ਕੈਪੀਟਲ ਦੇ ਵਿੱਚ PIE, ਤਾਂ ਇਹ ਵੀ ਇੱਕ ਆਈਡੈਂਟੀਫਾਇਰ ਹੈ, ਆਪਣੇ ਦੁਆਰਾ ਦਿੱਤਾ ਗਿਆ ਕੋਈ ਵੀ ਨਾਮ ਹੈ। ਸੀ ਭਾਸ਼ਾ ਵਿੱਚ ਪ੍ਰੋਗਰਾਮ ਦੇ ਵਿੱਚ ਕੈਲਕੂਲੇਸ਼ਨਸ ਕਰਨ ਦੇ ਲਈ ਜਾਂ ਸਟ੍ਰਿੰਗ ਸਟੋਰ ਕਰਨ ਦੇ ਲਈ ਕੁਝ ਅੱਖਰ ਜਾਂ ਸ਼ਬਦ ਵਰਤੇ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਵੇਰੀਏਬਲ ਜਾਂ ਕੌਨਸਟੈਂਟ ਕਹਿੰਦੇ ਹਾਂ। ਤਾਂ ਹੁਣ ਅਸੀਂ ਵੇਰੀਏਬਲ ਅਤੇ ਕੌਨਸਟੈਂਟ ਦੇ ਬਾਰੇ 'ਚ ਪੜ੍ਹਾਂਗੇ। ਸਭ ਤੋਂ ਪਹਿਲਾਂ ਵੇਰੀਏਬਲ। ਵੇਰੀਏਬਲ ਉਹ ਅੱਖਰ ਜਾਂ ਸ਼ਬਦ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਅਸੀਂ ਪ੍ਰੋਗਰਾਮ ਦੇ ਵਿੱਚ ਕੋਈ ਵੀ ਵੈਲਿਊ ਨੂੰ ਸਟੋਰ ਕਰਦੇ ਹਾਂ, ਜਿਨ੍ਹਾਂ ਨੂੰ ਕੋਈ ਵੀ ਕੀਮਤ ਪ੍ਰਦਾਨ ਕੀਤੀ ਜਾਂਦੀ ਹੈ। ਪ੍ਰੋਗਰਾਮ ਦੇ ਵਿੱਚ ਵੇਰੀਏਬਲਸ ਦੀ ਕੀਮਤ ਬਦਲੀ ਜਾ ਸਕਦੀ ਹੈ। ਕਹਿਣ ਦਾ ਭਾਵ ਕਿ ਤੁਸੀਂ ਇੱਕ ਪ੍ਰੋਗਰਾਮ ਦੇ ਵਿੱਚ ਵੇਰੀਏਬਲ ਨੂੰ ਕਿੰਨੀ ਵਾਰ ਵੀ ਕੋਈ ਵੀ ਕੀਮਤ ਦੇ ਸਕਦੇ ਹੋ, ਕੀਮਤ ਨੂੰ ਬਦਲ ਸਕਦੇ ਹੋ। ਅਸੀਂ ਦੇਖ ਸਕਦੇ ਹਾਂ ਵੇਰੀਏਬਲਸ ਦੀਆਂ ਉਦਾਹਰਨਾਂ। ਵੇਰੀਏਬਲਸ ਯੂਜ਼ਰ ਦੁਆਰਾ ਦਿੱਤੇ ਗਏ ਕੋਈ ਵੀ ਨਾਮ ਹੁੰਦੇ ਹਨ। ਤਾਂ ਜਿਵੇਂ ਇੰਟ ਨਮ ਇਕੁਅਲਸ ਟੂ 10, ਤਾਂ ਇੱਥੇ ਨਮ ਇੱਕ ਵੇਰੀਏਬਲ ਹੈ। ਇਹਦੀ ਕੀਮਤ ਸ਼ੁਰੂਆਤ ਦੇ ਵਿੱਚ ਨਮ ਬਰਾਬਰ 10 ਦਿੱਤੀ ਗਈ ਹੈ, ਤਾਂ ਇਹਦੀ ਕੀਮਤ 10 ਹੈ। ਇਹਨੂੰ ਤੁਸੀਂ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਬਦਲ ਵੀ ਸਕਦੇ ਹੋ। ਉਸੇ ਤਰ੍ਹਾਂ ਕੈਰ ਡਾਟਾ ਟਾਈਪ ਹੈ। ਡਾਟਾ ਟਾਈਪਸ ਦੇ ਬਾਰੇ 'ਚ ਵੀ ਅਸੀਂ ਅੱਗੇ ਜਾ ਕੇ ਪੜ੍ਹਾਂਗੇ। ਤਾਂ ਕੈਰ ਕੈਰੈਕਟਰ ਦੇ ਲਈ,
ਗ੍ਰੇਡ ਇੱਕ ਵੇਰੀਏਬਲ ਹੈ ਜਿਸ ਦੇ ਵਿੱਚ ਇੱਕ ਕੋਈ ਵੀ ਚਿੰਨ੍ਹ ਸਟੋਰ ਕੀਤਾ ਜਾਵੇਗਾ। ਤਾਂ ਇੱਥੇ ਗ੍ਰੇਡ ਨੂੰ ਕੀਮਤ ਦਿੱਤੀ ਗਈ ਹੈ A। ਇਹ ਕੀਮਤ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਬਦਲੀ ਵੀ ਜਾ ਸਕਦੀ ਹੈ। ਵੇਰੀਏਬਲਸ ਦੀ ਤਰ੍ਹਾਂ ਹੀ ਕੁਝ ਅੱਖਰ ਜਾਂ ਸ਼ਬਦ ਹੁੰਦੇ ਹਨ ਕੌਂਸਟੈਂਟ। ਫਰਕ ਸਿਰਫ ਇੰਨਾ ਹੈ ਕਿ ਕੌਂਸਟੈਂਟ ਦੀ ਕੀਮਤ ਪ੍ਰੋਗਰਾਮ ਦੇ ਵਿੱਚ ਬਦਲੀ ਨਹੀਂ ਜਾ ਸਕਦੀ। ਇਹਦਾ ਅਰਥ ਹੈ ਕਿ ਜੋ ਕੀਮਤ ਕੌਂਸਟੈਂਟ ਨੂੰ ਕਿਸੇ ਵੀ ਕੌਂਸਟੈਂਟ ਨੂੰ ਇੱਕ ਵਾਰ ਪ੍ਰਦਾਨ ਕੀਤੀ ਗਈ ਹੈ ਉਹ ਪੂਰੇ ਪ੍ਰੋਗਰਾਮ ਦੇ ਵਿੱਚ ਉਹੀ ਕੀਮਤ ਵਰਤੀ ਜਾਊਗੀ। ਉਸ ਕੀਮਤ ਨੂੰ ਅਸੀਂ ਬਦਲ ਨਹੀਂ ਸਕਦੇ। ਕੌਂਸਟੈਂਟ ਡਿਕਲੇਅਰ ਕਰਨ ਦੇ ਲਈ ਕੌਂਸਟ ਕੀਵਰਡ CONST ਕੌਂਸਟ ਕੀਵਰਡ ਵਰਤਿਆ ਜਾਂਦਾ ਹੈ। ਅਸੀਂ ਕੁਝ ਉਦਾਹਰਨਾਂ ਦੇਖ ਸਕਦੇ ਹਾਂ, ਜਿਸ ਤਰ੍ਹਾਂ ਕੌਂਸਟ ਫਲੋਟ ਪਾਈ ਇਕੁਅਲਸ ਟੂ 3.14। ਤਾਂ ਪਾਈ ਇੱਕ ਕੌਂਸਟੈਂਟ ਹੈ, ਇਸ ਨੂੰ ਡਿਕਲੇਅਰ ਕਰਨ ਦੇ ਲਈ ਕੌਂਸਟ ਕੀਵਰਡ ਯੂਜ਼ ਕੀਤਾ ਹੈ ਅਸੀਂ। ਡਿਕਲੇਰੇਸ਼ਨ ਉਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਵੇਰੀਏਬਲ ਨੂੰ ਡਿਕਲੇਅਰ ਕੀਤਾ ਜਾਂਦਾ ਹੈ, ਸਿਰਫ ਕੌਂਸਟ ਕੀਵਰਡ ਨਾਲ ਲਗਾਇਆ ਜਾਂਦਾ ਹੈ। ਔਰ ਹੁਣ ਇਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਪਾਈ ਦੀ ਕੀਮਤ ਹੈ ਜੋ ਉਹ ਬਦਲੀ ਨਹੀਂ ਜਾਵੇਗੀ, 3.14 ਹੀ ਯੂਜ਼ ਹੋਵੇਗੀ। ਉਸੇ ਤਰ੍ਹਾਂ ਕੌਂਸਟ ਕੈਰ ਸਿੰਬਲ ਇਕੁਅਲਸ ਟੂ $, ਤਾਂ ਸਿੰਬਲ ਦੀ ਜੋ ਵੀ ਕੀਮਤ ਦਿੱਤੀ ਗਈ ਹੈ ਉਹ ਪੂਰੇ ਪ੍ਰੋਗਰਾਮ ਦੇ ਵਿੱਚ ਉਹੀ ਰਹੇਗੀ। ਡਿਕਲੇਅਰ ਕਰਨ ਦਾ ਅਰਥ ਹੈ ਘੋਸ਼ਣਾ ਕਰਨੀ, ਯਾਨੀ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਦੱਸ ਦੇਣਾ ਹੈ ਕਿ ਕਿਹੜੇ ਵੇਰੀਏਬਲ ਅਤੇ ਕੌਂਸਟੈਂਟ ਵਰਤੇ ਜਾਣੇ ਹਨ। ਤਾਂ ਡਿਕਲੇਰੇਸ਼ਨ ਵੇਰੀਏਬਲ ਅਤੇ ਕੌਂਸਟੈਂਟ ਦੀ ਇਸ ਲਈ ਕੀਤੀ ਜਾਂਦੀ ਹੈ ਤਾਂ ਜੋ ਵੇਰੀਏਬਲ ਦੇ ਮੁੱਲ ਸਟੋਰ ਕਰਨ ਦੇ ਲਈ ਜੋ ਮੈਮਰੀ ਚਾਹੀਦੀ ਹੈ ਉਹ ਪਹਿਲਾਂ ਤੋਂ ਨਿਸ਼ਚਿਤ ਕੀਤੀ ਜਾ ਸਕੇ। ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਜੋ ਮੈਮਰੀ ਇੱਕ ਵੇਰੀਏਬਲ ਨੂੰ ਚਾਹੀਦੀ ਹੈ ਉਹ ਪਹਿਲਾਂ ਤੋਂ ਬੁੱਕ ਹੋ ਜਾਵੇਗੀ। ਵੇਰੀਏਬਲ ਡਿਕਲੇਅਰ ਕਰਨ ਦੇ ਲਈ ਡਾਟਾ ਟਾਈਪ ਦੱਸੀ ਜਾਂਦੀ ਹੈ, ਯਾਨੀ ਉਸ ਵੇਰੀਏਬਲ ਦੇ ਵਿੱਚ ਜੋ ਡਾਟਾ ਸਟੋਰ ਕੀਤਾ ਜਾਣਾ ਹੈ ਉਸ ਦੀ ਕਿਸਮ। ਅਤੇ ਉਸ ਤੋਂ ਬਾਅਦ ਡਾਟਾ ਟਾਈਪ ਲਿਖਣ ਤੋਂ ਬਾਅਦ ਵੇਰੀਏਬਲਸ ਦੇ ਨੇਮਸ ਲਿਖੇ ਜਾਂਦੇ ਹਨ। ਉਹਨਾਂ ਨੇਮਸ ਨੂੰ ਕੌਮਿਆਂ ਦੇ ਨਾਲ ਸੈਪਰੇਟ ਕੀਤਾ ਜਾਂਦਾ ਹੈ ਔਰ ਇਸ ਪੂਰੀ ਸਟੇਟਮੈਂਟ ਦੇ ਅੰਤ 'ਤੇ ਲਗਾਇਆ ਜਾਂਦਾ ਹੈ ਸੈਮੀਕੋਲਨ। ਉਸੇ ਤਰ੍ਹਾਂ ਕੌਂਸਟੈਂਟ ਡਿਕਲੇਅਰ ਕੀਤਾ ਜਾਂਦਾ ਹੈ। ਕੌਂਸਟੈਂਟ ਡਿਕਲੇਅਰ ਕਰਨ ਦੇ ਲਈ ਬਿਲਕੁਲ ਸ਼ੁਰੂਆਤ ਦੇ ਵਿੱਚ ਅਸੀਂ ਕੌਂਸਟ ਕੀਵਰਡ ਯੂਜ਼ ਕਰਦੇ ਹਾਂ। ਇਨੀਸ਼ੀਅਲਾਈਜ਼ ਕਰਨ ਦਾ ਅਰਥ ਹੈ ਵੇਰੀਏਬਲ ਜਾਂ ਕੌਂਸਟੈਂਟ ਨੂੰ ਮੁੱਲ ਪ੍ਰਦਾਨ ਕਰਨਾ, ਯਾਨੀ ਉਹਨਾਂ ਨੂੰ ਕੀਮਤ ਦੇਣੀ। ਵੇਰੀਏਬਲ ਅਤੇ ਕੌਂਸਟੈਂਟ ਨੂੰ ਕੀਮਤ ਡਿਕਲੇਰੇਸ਼ਨ ਦੇ ਦੌਰਾਨ ਵੀ ਦਿੱਤੀ ਜਾ ਸਕਦੀ ਹੈ, ਜਿਸ ਤਰ੍ਹਾਂ int num equals to 20, ਜਾਂ ਫਿਰ ਡਿਕਲੇਰੇਸ਼ਨ ਤੋਂ ਬਾਅਦ ਜਿਸ ਤਰ੍ਹਾਂ int num ਸੈਮੀਕੋਲਨ ਔਰ ਉਸ ਤੋਂ ਬਾਅਦ num equals to 20। ਪ੍ਰੋਗਰਾਮ ਦੇ ਵਿੱਚ ਕੁਝ ਖਾਸ ਚਿੰਨ੍ਹ ਡੀਲਿਮਿਟਰ ਵਰਤੇ ਜਾਂਦੇ ਹਨ। ਇਹਨਾਂ ਨੂੰ ਸੈਪਰੇਟਰ ਵੀ ਕਿਹਾ ਜਾਂਦਾ ਹੈ। ਇਹ ਪ੍ਰੋਗਰਾਮ ਦੇ ਐਲੀਮੈਂਟਸ ਜਿਵੇਂ ਕੌਂਸਟੈਂਟ, ਵੇਰੀਏਬਲ, ਸਟੇਟਮੈਂਟਸ ਇਹਨਾਂ ਨੂੰ ਵੱਖੋ ਵੱਖਰਾ ਕਰਨ ਦੇ ਲਈ ਵਰਤੇ ਜਾਂਦੇ ਹਨ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਵੇਰੀਏਬਲਸ ਦੇ ਨੇਮਸ ਨੂੰ ਅਸੀਂ ਵੱਖੋ ਵੱਖਰਾ ਕਰਨ ਦੇ ਲਈ ਕੌਮੇ ਲਗਾਵਾਂਗੇ, ਤਾਂ ਕੌਮਾ ਵੀ ਇੱਕ ਡੀਲਿਮਿਟਰ ਹੈ। ਉਸੇ ਤਰ੍ਹਾਂ ਹੀ ਪ੍ਰੀ ਪ੍ਰੋਸੈਸਰ ਨਿਰਦੇਸ਼ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜੋ ਹੈਸ਼ ਲਿਖਦੇ ਹੁੰਦੇ ਹਾਂ, ਹੈਸ਼ ਇਨਕਲੂਡ, ਤਾਂ ਉਹ ਹੈਸ਼ ਵੀ ਇੱਕ ਡੀਲਿਮਿਟਰ ਹੈ। ਉਸੇ ਤਰ੍ਹਾਂ ਕਰਲੀ ਬ੍ਰੇਸਿਸ ਯੂਜ਼ ਕੀਤੀਆਂ ਜਾਂਦੀਆਂ ਹਨ ਬਲੌਕ ਨੂੰ ਦਰਸਾਉਣ ਦੇ ਲਈ। ਐਕਸਪ੍ਰੈਸ਼ਨ ਨੂੰ ਵੱਖੋ ਵੱਖਰਾ ਕਰਨ ਦੇ ਲਈ ਰਾਊਂਡ ਬ੍ਰੇਸਿਸ ਯੂਜ਼ ਕੀਤੀਆਂ ਜਾਂਦੀਆਂ ਹਨ। ਇੱਕ ਲੇਬਲ ਨੂੰ ਦਿਖਾਉਣ ਦੇ ਲਈ ਸਵਿਚ ਸਟੇਟਮੈਂਟ ਪੜ੍ਹਾਂਗੇ ਅਸੀਂ ਇਸ ਤੋਂ ਬਾਅਦ ਵਾਲੇ ਲੈਸਨਸ ਦੇ ਵਿੱਚ, ਤਾਂ ਲੇਬਲਸ ਨੂੰ ਦਰਸਾਉਣ ਦੇ ਲਈ ਅਸੀਂ ਕੋਲਨ ਵਰਤਾਂਗੇ। ਔਰ ਉਸੇ ਤਰ੍ਹਾਂ ਹੀ ਐਰੇ ਨੂੰ ਦਰਸਾਉਣ ਦੇ ਲਈ ਸਕੁਅਰ ਬ੍ਰੇਸਿਸ ਯੂਜ਼ ਹੋਣਗੀਆਂ। ਤਾਂ ਇਹ ਸਾਰੇ ਕੌਮਾ, ਐਂਗਲ ਬ੍ਰੇਸਿਸ, ਰਾਊਂਡ ਬ੍ਰੇਸਿਸ, ਹੈਸ਼, ਕੋਲਨ, ਇਹ ਸਾਰੇ ਡੀਲਿਮਿਟਰਸ ਹਨ। ਡੀਅਰ ਸਟੂਡੈਂਟਸ, ਸਾਡਾ ਅਗਲਾ ਵਿਸ਼ਾ ਹੈ ਡਾਟਾ ਟਾਈਪਸ। ਡਾਟਾ ਟਾਈਪਸ ਵੇਰੀਏਬਲ ਦੁਆਰਾ ਗ੍ਰਹਿਣ ਕੀਤੇ ਡਾਟਾ ਦੀ ਕਿਸਮ ਦੱਸਦੇ ਹਨ। ਇਹ ਡਾਟਾ ਕੋਈ ਅੰਕ ਹੋ ਸਕਦਾ, ਨੰਬਰ ਹੋ ਸਕਦੇ ਹੈ, ਕੋਈ ਅੱਖਰ ਯਾਨੀ ਅਲਫਾਬੈਟਸ ਹੋ ਸਕਦੇ ਹੈ, ਜਾਂ ਕੋਈ ਚਿੰਨ੍ਹ ਹੋ ਸਕਦੇ ਹੈ, ਕੋਈ ਸਿੰਬਲ ਜਿਸ ਤਰ੍ਹਾਂ
हैश या क्वेश्चन मार्क या डॉलर या कोई होर चिन्ह। ਤਾਂ ਇਹਨਾਂ ਵਿੱਚੋਂ ਕੁਝ ਵੀ ਹੋ ਸਕਦਾ ਹੈ। ਇੱਕ ਵੇਰੀਏਬਲ ਵਿੱਚ ਕਿਹੜੀ ਕਿਸਮ ਦਾ ਡਾਟਾ ਸਟੋਰ ਕੀਤਾ ਜਾਵੇਗਾ ਇਹ ਦੱਸਣ ਦੇ ਲਈ ਅਸੀਂ ਵੇਰੀਏਬਲ ਨੂੰ ਡਿਕਲੇਅਰ ਕਰਦੇ ਸਮੇਂ ਡਾਟਾ ਟਾਈਪ ਲਿਖਦੇ ਹਾਂ। ਤਾਂ ਅਸੀਂ ਦੇਖ ਰਹੇ ਹਾਂ ਕਿ ਡਾਟਾ ਟਾਈਪਸ ਮੁੱਖ ਤੌਰ 'ਤੇ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਤਾਂ ਯੂਜ਼ਰ ਡਿਫਾਈਨਡ ਡਾਟਾ ਟਾਈਪ ਜੋ ਕਿ ਯੂਜ਼ਰ ਖੁਦ ਤਿਆਰ ਕਰਦਾ ਹੈ, ਯੂਜ਼ਰ ਵੱਲੋਂ ਉਸ ਦੀ ਪਰਿਭਾਸ਼ਾ ਦਿੱਤੀ ਜਾਂਦੀ ਹੈ, ਅਤੇ ਦੂਸਰੀ ਹੈ ਬਿਲਟ ਇਨ ਡਾਟਾ ਟਾਈਪਸ। ਬਿਲਟ ਇਨ ਯਾਨੀ ਜੋ ਪਹਿਲਾਂ ਤੋਂ ਬਣੀਆਂ ਹੋਈਆਂ ਡਾਟਾ ਟਾਈਪਸ ਹੈ, ਅਸੀਂ ਉਹਨਾਂ ਨੂੰ ਸਿਰਫ ਯੂਜ਼ ਕਰਨਾ ਹੈ। ਤਾਂ ਅਸੀਂ ਅੱਗੇ ਜਾ ਕੇ ਇਹਨਾਂ ਬਿਲਟ ਇਨ ਡਾਟਾ ਟਾਈਪਸ ਦੇ ਬਾਰੇ 'ਚ ਪੜ੍ਹਾਂਗੇ। ਜਿਵੇਂ ਅਸੀਂ ਉਦਾਹਰਨਾਂ 'ਚ ਦੇਖਿਆ ਸੀ ਇੰਟ ਅਤੇ ਕੈਰ, ਤਾਂ ਇਹ ਦੋਨੋਂ ਬਿਲਟ ਇਨ ਡਾਟਾ ਟਾਈਪਸ ਹਨ। ਇਸੇ ਤਰ੍ਹਾਂ ਫਲੋਟ ਅਤੇ ਡਬਲ ਵੀ ਬਿਲਟ ਇਨ ਡਾਟਾ ਟਾਈਪਸ ਹਨ। ਇੱਕ ਖਾਸ ਬਿਲਟ ਇਨ ਡਾਟਾ ਟਾਈਪ ਹੈ ਵੋਇਡ ਡਾਟਾ ਟਾਈਪ। ਇਸ ਨੂੰ ਫੰਕਸ਼ਨ ਦੇ ਵਿੱਚ ਰਿਟਰਨ ਟਾਈਪ ਵਜੋਂ ਵਰਤਿਆ ਜਾਂਦਾ ਹੈ। ਜਦੋਂ ਕੋਈ ਫੰਕਸ਼ਨ ਕੋਈ ਵੀ ਮੁੱਲ ਵਾਪਸ ਨਹੀਂ ਭੇਜਦਾ ਤਾਂ ਉਦੋਂ ਫੰਕਸ਼ਨ ਦੇ ਨਾਮ ਦੇ ਨਾਲ ਵੋਇਡ ਲਿਖਿਆ ਜਾਂਦਾ, ਉਸ ਦੀ ਰਿਟਰਨ ਟਾਈਪ ਵੋਇਡ ਲਿਖੀ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਉਦਾਹਰਨ ਦੇ ਵਿੱਚ ਦੇਖ ਰਹੇ ਹਾਂ ਕਿ ਵੋਇਡ ਪ੍ਰਿੰਟ ਪੇਜ। ਤਾਂ ਪ੍ਰਿੰਟ ਪੇਜ ਇੱਕ ਯੂਜ਼ਰ ਵੱਲੋਂ ਤਿਆਰ ਕੀਤਾ ਗਿਆ ਕੋਈ ਵੀ ਫੰਕਸ਼ਨ ਹੈ, ਉਸਨੇ ਕੋਈ ਵੀ ਕੰਮ ਕਰਨਾ ਹੈ, ਜਿਸ ਤਰ੍ਹਾਂ ਪ੍ਰਿੰਟ ਐਨੀਥਿੰਗ, ਤਾਂ ਉਸਨੇ ਕੋਈ ਵੀ ਕੀਮਤ ਵਾਪਸ ਨਹੀਂ ਭੇਜਣੀ ਹੈ, ਸਿਰਫ ਪ੍ਰਿੰਟ ਹੀ ਕਰਵਾਉਣਾ ਹੈ ਆਊਟਪੁੱਟ ਦੇ ਵਿੱਚ। ਤਾਂ ਕਿਉਂਕਿ ਉਹਨੇ ਕੋਈ ਕੀਮਤ ਵਾਪਸ ਨਹੀਂ ਭੇਜਣੀ ਹੈ ਤਾਂ ਇਸੇ ਕਰਕੇ ਉਹਦੀ ਰਿਟਰਨ ਟਾਈਪ ਲਿਖੀ ਜਾਂਦੀ ਹੈ ਵੋਇਡ। ਇਸ ਦੇ ਨਾਲ ਹੀ ਅਸੀਂ ਲੈਸਨ ਕੰਪਲੀਟ ਕਰ ਲਿਆ ਹੈ ਔਰ ਕੁਝ ਖਾਸ ਪੁਆਇੰਟਸ ਨੇ ਜੋ ਅਸੀਂ ਯਾਦ ਰੱਖਣੇ ਹਨ। ਸਭ ਤੋਂ ਪਹਿਲਾਂ ਅਸੀਂ ਕੀਤਾ ਸੀ ਟੋਕਨ ਦੇ ਬਾਰੇ 'ਚ, ਜੋ ਕਿ ਪ੍ਰੋਗਰਾਮ ਦੀਆਂ ਸਭ ਤੋਂ ਛੋਟੀਆਂ ਇਕਾਈਆਂ ਹਨ। ਫਿਰ ਅਸੀਂ ਪੜ੍ਹਿਆ ਸੀ ਕੀਵਰਡਸ ਦੇ ਬਾਰੇ 'ਚ, ਜੋ ਅਜਿਹੇ ਸ਼ਬਦ ਹਨ ਜਿਨ੍ਹਾਂ ਦਾ ਅਰਥ ਕੰਪਾਈਲਰ ਨੂੰ ਪਹਿਲਾਂ ਤੋਂ ਹੀ ਪਤਾ ਹੁੰਦਾ ਹੈ। ਅਸੀਂ ਪੜ੍ਹਿਆ ਸੀ ਆਈਡੈਂਟੀਫਾਇਰਸ ਦੇ ਬਾਰੇ 'ਚ, ਜੋ ਯੂਜ਼ਰ ਵੱਲੋਂ, ਵਰਤੋਂਕਾਰ ਵੱਲੋਂ ਕੌਨਸਟੈਂਟਸ, ਵੇਰੀਏਬਲਸ ਅਤੇ ਫੰਕਸ਼ਨਸ ਨੂੰ ਨਾਮ ਦਿੱਤੇ ਜਾਂਦੇ ਹਨ। ਅਸੀਂ ਵੇਰੀਏਬਲਸ ਅਤੇ ਕੌਨਸਟੈਂਟਸ ਦੇ ਬਾਰੇ 'ਚ ਪੜ੍ਹਿਆ ਸੀ। ਵੇਰੀਏਬਲਸ ਅਜਿਹੇ ਅੱਖਰ ਜਾਂ ਸ਼ਬਦ ਜਿਨ੍ਹਾਂ ਨੂੰ ਕੀਮਤ ਪ੍ਰਦਾਨ ਕੀਤੀ ਜਾਂਦੀ ਹੈ ਪਰ ਉਹਨਾਂ ਦੀ ਕੀਮਤ ਪ੍ਰੋਗਰਾਮ ਦੇ ਵਿੱਚ ਬਦਲੀ ਵੀ ਜਾ ਸਕਦੀ ਹੈ। ਔਰ ਕੌਨਸਟੈਂਟਸ ਅਜਿਹੇ ਹੀ ਸ਼ਬਦ ਹੁੰਦੇ ਹਨ ਜਿਨ੍ਹਾਂ ਨੂੰ ਕੀਮਤ ਦਿੱਤੀ ਜਾਂਦੀ ਹੈ ਪਰ ਉਹਨਾਂ ਦੀ ਕੀਮਤ ਪ੍ਰੋਗਰਾਮ ਦੇ ਵਿੱਚ ਬਦਲੀ ਨਹੀਂ ਜਾ ਸਕਦੀ। ਅੰਤ ਵਿੱਚ ਅਸੀਂ ਪੜ੍ਹਿਆ ਸੀ ਡਾਟਾ ਟਾਈਪਸ ਦੇ ਬਾਰੇ ਵਿੱਚ, ਜੋ ਕਿ ਵੇਰੀਏਬਲ ਵਿੱਚ ਜੋ ਡਾਟਾ ਸਟੋਰ ਕੀਤਾ ਜਾਣਾ ਹੈ ਉਹਦੀ ਕਿਸਮ ਦੱਸਦੇ ਹਨ। ਅਸੀਂ ਡਾਟਾ ਟਾਈਪਸ ਕੀਤੀਆਂ ਸੀ ਕੈਰ, ਇੰਟ, ਫਲੋਟ, ਡਬਲ ਅਤੇ ਵੋਇਡ। ਡੀਅਰ ਸਟੂਡੈਂਟਸ, ਹੁਣ ਅਸੀਂ ਕੁਝ ਕੁਐਸਚਨ ਆਨਸਰਸ ਕਰ ਲੈਂਦੇ ਹਾਂ, ਇਹਦੇ ਨਾਲ ਸਾਡੀ ਦੁਹਰਾਈ ਵੀ ਹੋ ਜਾਵੇਗੀ। ਪਹਿਲਾ ਕੁਐਸਚਨ ਹੈ ਆਈਡੈਂਟੀਫਾਇਰ ਕੀ ਹੁੰਦੇ ਹਨ? ਆਈਡੈਂਟੀਫਾਇਰ ਉਹ ਨੇਮਸ ਹੁੰਦੇ ਹਨ ਜੋ ਯੂਜ਼ਰ ਵੱਲੋਂ ਦਿੱਤੇ ਜਾਂਦੇ ਹਨ। ਇਹ ਨੇਮਸ ਕਿਹਨਾਂ ਨੂੰ ਦਿੱਤੇ ਜਾਂਦੇ ਹੈ? ਵੇਰੀਏਬਲਸ ਨੂੰ, ਕੌਨਸਟੈਂਟਸ ਨੂੰ ਜਾਂ ਫੰਕਸ਼ਨਸ ਨੂੰ। ਔਰ ਇਹ ਨੇਮਸ ਦੇਣ ਦੇ ਲਈ ਕੁਝ ਖਾਸ ਨਿਯਮ ਵਰਤੇ ਜਾਂਦੇ ਹਨ ਜੋ ਅਸੀਂ ਡਿਸਕਸ ਕਰ ਲਏ ਸੀ, ਔਰ ਇਹ ਨੇਮਸ ਕੇਸ ਸੈਂਸਿਟਿਵ ਹੁੰਦੇ ਹਨ। ਅਸੀਂ ਇਹਦੀ ਐਗਜ਼ਾਮਪਲ ਲਿਖਾਂਗੇ, ਜਿਸ ਤਰ੍ਹਾਂ ਇੰਟ ਨਮ ਇਕੁਅਲਸ ਟੂ 10। ਤਾਂ ਨਮ ਇੱਥੇ ਇੱਕ ਆਈਡੈਂਟੀਫਾਇਰ ਹੈ, ਯੂਜ਼ਰ ਵੱਲੋਂ ਦਿੱਤਾ ਗਿਆ ਇੱਕ ਨਾਮ ਹੈ। ਸਾਡਾ ਅਗਲਾ ਕੁਐਸਚਨ ਹੈ ਡਾਟਾ ਟਾਈਪਸ ਕੀ ਹੁੰਦੇ ਹਨ? ਤਾਂ ਡਾਟਾ ਟਾਈਪਸ ਵੇਰੀਏਬਲ ਦੁਆਰਾ ਗ੍ਰਹਿਣ ਕੀਤੇ ਡਾਟਾ ਦੀ ਕਿਸਮ ਦੱਸਦੇ ਹਨ। ਇਹ ਡਾਟਾ ਕੋਈ ਅੰਕ ਯਾਨੀ ਨੰਬਰ, ਕੋਈ ਅੱਖਰ ਯਾਨੀ ਲੈਟਰਸ ਜਾਂ ਅਲਫਾਬੈਟ ਹੋ ਸਕਦੇ ਹਨ, ਜਾਂ ਕੋਈ ਚਿੰਨ੍ਹ ਯਾਨੀ ਸਿੰਬਲ ਹੋ ਸਕਦੇ ਹਨ। ਡਾਟਾ ਟਾਈਪਸ ਮੁੱਖ ਤੌਰ 'ਤੇ ਦੋ ਤਰ੍ਹਾਂ ਦੇ ਹੁੰਦੇ ਹਨ। ਯੂਜ਼ਰ ਡਿਫਾਈਨਡ ਡਾਟਾ ਟਾਈਪਸ ਜੋ ਯੂਜ਼ਰ ਦੁਆਰਾ ਤਿਆਰ ਕੀਤੇ ਜਾਂਦੇ ਹਨ, ਪਰਿਭਾਸ਼ਿਤ ਕੀਤੇ ਜਾਂਦੇ ਹਨ, ਅਤੇ ਬਿਲਟ ਇਨ ਡਾਟਾ ਟਾਈਪ ਯਾਨੀ ਪਹਿਲਾਂ ਤੋਂ ਬਣੇ ਹੋਏ ਡਾਟਾ ਟਾਈਪਸ। ਜਿਸ ਤਰ੍ਹਾਂ ਉਦਾਹਰਨ ਹੈ ਇੰਟ ਨਮ ਇਕੁਅਲਸ ਟੂ 10। ਤਾਂ ਇੱਥੇ ਇੰਟ ਇੱਕ ਡਾਟਾ ਟਾਈਪ ਹੈ, ਇੰਟ ਇੱਕ ਬਿਲਟ ਇਨ ਡਾਟਾ ਟਾਈਪ ਹੈ। ਬਿਲਟ ਇਨ ਡਾਟਾ ਟਾਈਪਸ ਅਸੀਂ ਕੀਤੀਆਂ ਸੀ ਇੰਟ, ਫਲੋਟ, ਕੈਰ, ਡਬਲ, ਅਤੇ ਅਸੀਂ ਇੱਕ ਹੋਰ ਬਿਲਟ ਇਨ ਡਾਟਾ ਟਾਈਪ ਕੀਤੀ ਸੀ ਵੋਇਡ ਡਾਟਾ ਟਾਈਪ, ਜਿਸ ਨੂੰ ਰਿਟਰਨ ਟਾਈਪ ਦੇ ਵਜੋਂ ਵਰਤਿਆ ਜਾਂਦਾ ਹੈ। ਸਾਡਾ ਲਾਸਟ ਕੁਐਸਚਨ ਹੈ ਡੀਲਿਮਿਟਰ ਕੀ ਹੁੰਦੇ ਹਨ? ਤਾਂ ਡੀਲਿਮਿਟਰ ਨੂੰ ਸੈਪਰੇਟਰ ਵੀ ਕਹਿੰਦੇ ਹਨ। ਡੀਲਿਮਿਟਰ, ਜਿਸ ਤਰ੍ਹਾਂ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਸੈਪਰੇਟਰ ਤੋਂ, ਕਿ ਇਹ ਕੋਈ ਵੀ ਐਲੀਮੈਂਟਸ ਨੂੰ ਵੱਖੋ ਵੱਖਰਾ ਕਰਨ ਲਈ ਵਰਤੇ ਜਾਂਦੇ ਹਨ, ਜਿਵੇਂ ਕੌਨਸਟੈਂਟਸ ਨੂੰ, ਵੇਰੀਏਬਲਸ ਨੂੰ, ਜਾਂ ਸਟੇਟਮੈਂਟਸ ਨੂੰ, ਜਾਂ ਬਲੌਕਸ ਨੂੰ। ਤਾਂ ਕੁਝ ਡੀਲਿਮਿਟਰ ਜੋ ਵਰਤੇ ਜਾਂਦੇ ਹਨ, ਜਿਸ ਤਰ੍ਹਾਂ ਹੈਸ਼, ਕੋਮਾ, ਕਰਲੀ ਬ੍ਰੇਸਿਸ, ਰਾਊਂਡ ਬ੍ਰੇਸਿਸ, ਸਕੁਏਅਰ ਬ੍ਰੇਸਿਸ। ਐਰੇ ਨੂੰ ਦਰਸਾਉਣ ਦੇ ਲਈ ਸਕੁਏਅਰ ਬ੍ਰੇਸਿਸ ਵਰਤੀਆਂ ਜਾਂਦੀਆਂ ਹਨ।
ਉਦਾਹਰਨ ਦੇ ਲਈ ਜਿਸ ਤਰ੍ਹਾਂ ਅਸੀਂ ਲਿਖ ਸਕਦੇ ਹਾਂ ਇੰਟ ਇੱਕ ਡਾਟਾ ਟਾਈਪ ਹੈ, A, B, C, ਤਾਂ A, B, C ਵੇਰੀਏਬਲਸ ਹਨ ਅਤੇ ਇਹਨਾਂ ਨੂੰ ਵੱਖੋ ਵੱਖਰਾ ਕੀਤਾ ਗਿਆ ਹੈ ਕੌਮਾ ਪਾ ਕੇ। ਕੌਮਾ ਇੱਕ ਡੀਲਿਮਿਟਰ ਹੈ। ਸੋ ਪਿਆਰੇ ਵਿਦਿਆਰਥੀਓ, ਇਸ ਦੇ ਨਾਲ ਹੀ ਸਾਡਾ 3rd ਲੈਸਨ ਕੰਪਲੀਟ ਹੋ ਜਾਂਦਾ ਹੈ। ਥੈਂਕ ਯੂ।